ਹੈਲੋ ਸਾਰਿਆਂ ਨੂੰ, ਸਾਡੇ ਇੰਜੀਨੀਅਰਿੰਗ ਡਰਾਇੰਗ ਅਤੇ ਕੰਪਿਊਟਰ ਗ੍ਰਾਫਿਕਸ ਦੇ ਆਨਲਾਈਨ ਪ੍ਰਮਾਣੀਕਰਨ ਕੋਰਸ ਵਿੱਚ ਸਵਾਗਤ ਹੈ। ਮੈਂ ਮਕੈਨੀਕਲ ਇੰਜੀਨੀਅਰਿੰਗ IIT ਖੜਗਪੁਰ ਤੋਂ ਰਾਜਾਰਾਮ ਹਾਂ। ਅਸੀਂ ਇੰਜੀਨੀਅਰਿੰਗ ਡਰਾਇੰਗ ਦੀ ਇੰਟਰੋਡਕਸ਼ਨ ਤੇ ਮੋਡਿਊਲ 1 ਲੈਕਚਰ ਨੰਬਰ 6 ਵਿੱਚ ਹਾਂ। ਅੱਜ ਦੀ ਕਲਾਸ ਵਿੱਚ ਅਸੀਂ ਸੰਖੇਪ ਰੂਪ ਵਿੱਚ ਵਿਸ਼ੇਸ਼ ਆਯਾਮਾਂ ਵਾਲੀ ਚੀਜ਼ ਅਤੇ ਸਹਿਣਸ਼ੀਲਤਾ ਦੀ ਪਾਠ ਪੁਸਤਕ ਨੂੰ ਵੀ ਵੇਖਾਂਗੇ, ਜੋ ਅਸੀਂ ਅਪਣਾ ਰਹੇ ਹਾਂ ਉਹ ਹੈ ਆਯਾਮਾਂ ਦੇ ਵਿਸ਼ੇਸ਼ ਮੁੱਦਿਆਂ ਤੇ ND ਭੱਟ ਦੁਆਰਾ ਇੰਜੀਨੀਅਰਿੰਗ ਡਰਾਇੰਗ। ਪਿਛਲੀ ਕਲਾਸ ਵਿੱਚ ਅਸੀਂ ਇਸ ਨੂੰ ਆਯਾਮਾਂ ਦੇ ਵੱਖ-ਵੱਖ ਤਰੀਕਿਆਂ ਨੂੰ ਦੇਖਣ ਦੀ ਕੋਸ਼ਿਸ਼ ਕੀਤੀ। ਉਦਾਹਰਨ ਲਈ, ਜੇਕਰ ਇਹ ਇੱਕ ਸਿਲੰਡਰ ਹੈ ਜਿਸ ਵਿੱਚ ਕਈ ਕਦਮ ਹਨ, ਤਾਂ ਜੋ ਦ੍ਰਿਸ਼ ਦੇ ਦੂਜੇ ਪਾਸੇ ਅਸੀਂ ਇਸ ਨੂੰ ਇੱਕ ਕਦਮ ਇੱਕ ਦੀ ਤਰ੍ਹਾਂ ਦੇਖੀਏ। ਵਿਆਸ ਨੂੰ ਦੇਖਣ ਦੀ ਕੋਸ਼ਿਸ਼ ਕਰੀਏ। ਜੇਕਰ ਇਹ ਵਿਆਸ ਹੈ ਤਾਂ ਅਸੀਂ ਫਾਈ ਚਿੰਨ੍ਹ ਦੀ ਵਰਤੋਂ ਕਰਦੇ ਹਾਂ ਅਤੇ ਇਸ ਦੇ ਅੰਦਰ ਸਭ ਤੋਂ ਛੋਟਾ ਅਤੇ ਬਾਹਰ ਸਭ ਤੋਂ ਵੱਡੇ ਚਿੰਨ੍ਹ ਦੀ ਵਰਤੋਂ ਕਰਦੇ ਹਾਂ ਜਿਸ ਨਾਲ ਅਸੀਂ ਦੇਖਣ ਦੀ ਕੋਸ਼ਿਸ਼ ਕਰਦੇ ਹਾਂ। ਉਹਨਾਂ ਦੇ ਵਿਆਸਾਂ ਦੁਆਰਾ ਆਯਾਮ ਹੋਣਾ ਚਾਹੀਦਾ ਹੈ। ਖਾਸ ਕਰਕੇ, ਉਹਨਾਂ ਦ੍ਰਿਸ਼ਾਂ ਵਿੱਚ ਆਯਾਮ ਹੋਣਾ ਚਾਹੀਦਾ ਹੈ ਜੋ ਉਹ ਆਇਤਾਕਾਰ ਦੇ ਰੂਪ ਵਿੱਚ ਦਿਖਾਈ ਦਿੰਦੇ ਹਨ। ਜੇਕਰ ਸਾਡੇ ਕੋਲ ਇੱਕ ਤੋਂ ਵੱਧ ਸਿਲੰਡਰ ਹਨ, ਤਾਂ ਇਸ ਤਰ੍ਹਾਂ ਦੀ ਚੀਜ਼, ਜੇ ਅਸੀਂ ਇਸ ਦ੍ਰਿਸ਼ ਤੋਂ ਦੇਖ ਰਹੇ ਹਾਂ ਤਾਂ ਉਹ ਆਇਤਾਕਾਰ ਵਾਂਗ ਦਿਖਾਈ ਦਿੰਦੇ ਹਨ। ਉਸ ਸਥਿਤੀ ਵਿੱਚ ਵਿਆਸ ਅਸੀਂ ਇਸ ਨੂੰ ਇਸ ਤਰੀਕੇ ਨਾਲ ਦਿਖਾਉਣ ਜਾ ਰਹੇ ਹਾਂ। ਅਸੀਂ ਆਮ ਤੌਰ ਤੇ ਇਸ ਦ੍ਰਿਸ਼ ਵਿੱਚ ਵਿਆਸ ਨਹੀਂ ਦਿਖਾਉਂਦੇ ਹਾਂ। ਹਰ ਚੀਜ਼ ਜੋ ਇਸ ਤੋਂ ਹੋਣੀ ਚਾਹੀਦੀ ਹੈ, ਇਹ ਦੋਵੇਂ ਇੱਕੋ ਜਿਹੇ ਆਯਾਮਾਂ ਦੇ ਹਨ। ਇਸੇ ਤਰ੍ਹਾਂ, ਇਹ ਇੱਕੋ ਆਯਾਤ ਦਾ ਹੈ। ਇਸੇ ਤਰ੍ਹਾਂ ਇਹ ਅਤੇ ਇਹ ਇੱਕੋ ਆਯਾਤ ਦਾ ਹੈ। ਇਸ ਨੂੰ ਅਸੀਂ ਦ੍ਰਿਸ਼ ਸਾਹਣਨੇ ਦੇ ਦ੍ਰਿਸ਼ ਵਿੱਚੋਂ ਇੱਕ ਕਹਿੰਦੇ ਹਾਂ ਅਤੇ ਸ਼ਾਇਦ ਇਹ ਇੱਕ ਪਾਸੇ ਦਾ ਦ੍ਰਿਸ਼ ਹੈ। ਜੇਕਰ ਟੇਪਰਡ ਵਿਸ਼ੇਸ਼ਤਾਵਾਂ ਵਰਗਾ ਕੁਝ ਵੀ ਹੈ। ਉਦਾਹਰਨ ਲਈ, ਇੱਥੇ ਸਾਡੇ ਕੋਲ ਆਇਤਾਕਾਰ ਹੋਣ ਦੀ ਬਜਾਏ ਇੱਕ ਟੇਪਰਡ ਫੀਚਰ ਹੈ। ਸ਼ਾਇਦ ਵਸਤੂ ਵਿੱਚ ਇਸ ਕਿਸਮ ਦੀ ਵਿਸ਼ੇਸ਼ਤਾ ਹੋ ਸਕਦੀ ਹੈ। ਉਸ ਸਥਿਤੀ ਵਿੱਚ ਅਸੀਂ ਇਸ ਦੀ ਉਚਾਈ ਦਿਖਾਉਂਦੇ ਹਾਂ ਅਤੇ ਨਾਲ ਹੀ ਅਸੀਂ ਇਸ ਦੀ ਲੰਬਾਈ 20 ਇਕਾਈ ਅਤੇ 60 ਇਕਾਈਆਂ ਦਿਖਾਉਂਦੇ ਹਾਂ, ਜੋ ਫਲੈਟ ਟੇਪਰਡ ਚਿੰਨ੍ਹ ਦੀ ਵਰਤੋਂ ਕਰਦੇ ਹੋਏ ਇੱਕ ਪਾਸੇ ਦੀ ਦੂਰੀ ਦੀ ਉਚਾਈ, ਫਲੈਟ ਸਿਰਿਆਂ ਵਿਚਕਾਰ ਦੂਰੀ ਅਤੇ ਉਹਨਾਂ ਦੀ ਟੇਪਰ ਸਲੋਪ ਦਿੰਦੇ ਹਨ। ਅਸੀਂ ਆਮ ਤੌਰ ਤੇ ਟੇਪਰਡ ਫੀਚਰ ਲਈ ਜਾਂਦੇ ਹਾਂ। ਇੱਥੇ ਅਸੀਂ ਇਹਨਾਂ ਆਯਾਮਾਂ ਨੂੰ ਦਿਖਾ ਰਹੇ ਹਾਂ ਅਤੇ ਟੇਪਰ ਆਕਾਰ ਦੇ ਚਿੰਨ੍ਹ ਦੇ ਨਾਲ ਇੱਕ ਟੇਪਰ ਵਰਗਾ ਕੁਝ ਵੀ ਦਿਖਾਉਂਦੇ ਹਾਂ। ਇਹ ਉਹ ਤਰੀਕਾ ਹੈ ਜਿਸ ਨਾਲ ਅਸੀਂ ਦਿਖਾਉਂਦੇ ਹਾਂ ਅਤੇ ਇਹ ਟੇਪਰ ਸ਼ਾਇਦ ਉਸ ਅਨੁਪਾਤ ਵਿੱਚ ਵਧ ਰਿਹਾ ਹੈ। ਇਹ ਉਹ ਤਰੀਕਾ ਹੈ ਜਿਸ ਨਾਲ ਅਸੀਂ ਕਿਸੇ ਵੀ ਟੇਪਰ ਚੀਜ਼ ਨੂੰ ਅੱਗੇ ਵਧਾਉਂਦੇ ਹਾਂ ਅਤੇ ਇਸ ਨੂੰ ਦੂਜੇ ਤਰੀਕੇ ਨਾਲ ਦਿਖਾਉਂਦੇ ਹਾਂ। ਆਓ ਇਸ ਨੂੰ ਵੇਖੀਏ, ਜੋ ਇੱਕ ਪਾਸੇ ਦੀ ਉਚਾਈ ਦਿੰਦਾ ਹੈ। ਸ਼ਾਇਦ ਇਹ ਟੇਪਰ ਦੀ ਇੱਕ ਲੰਬਾਈ ਅਤੇ ਟੇਪਰਡ ਚਿਹਰੇ ਦੀ ਢਲਾਣ ਹੈ। ਇਸ ਲਈ ਟੇਪਰ ਦੀ ਲੈਂਥ ਇਹ 60 ਇਕਾਈਆਂ ਹੈ ਅਤੇ ਇਹ ਟੇਪਰ ਹੈ। ਅਤੇ ਇਹ ਖਿਤਿਜੀ ਨਾਲ 60 ਡਿਗਰੀ ਦਾ ਕੋਣ ਬਣਾਉਂਦਾ ਹੈ। ਇਸ ਤਰੀਕੇ ਨਾਲ ਵੀ ਅਸੀਂ ਅਸਲ ਵਿੱਚ ਇਸ ਨੂੰ ਇੱਕ ਕੇ ਦੇ ਕੇ ਦਿਖਾ ਸਕਦੇ ਹਾਂ ਕਿ ਇਹ ਟੇਪਰ ਸਿੰਬਲ ਰੇਸ਼ੀਓ ਕਿਵੇਂ ਬਦਲ ਰਹੀ ਹੈ। ਦੂਜਾ ਤਰੀਕਾ ਸਲੋਪ ਅਤੇ ਕੋਣ ਦੁਆਰਾ ਹੈ। ਇਹ ਵਿਸ਼ੇਸ਼ ਆਯਾਮ ਦੇ ਦੋ ਤਰੀਕੇ ਹਨ। ਇਸੇ ਤਰ੍ਹਾਂ ਜੇਕਰ ਸਾਡੇ ਕੋਲ ਧਾਗੇ ਦੇ ਪੇਚ ਹਨ ਅਤੇ ਇਸ ਤਰ੍ਹਾਂ ਦੀਆਂ ਹੋਰ ਚੀਜ਼ਾਂ ਹਨ, ਅਸੀਂ ਤੁਰੰਤ ਨਹੀਂ ਕਰਦੇ। ਘੱਟੋ-ਘੱਟ ਡਰਾਇੰਗ ਲਈ, ਅਸੀਂ ਆਯਾਮੀ ਉਦੇਸ਼ਾਂ ਅਤੇ ਹੋਰ ਚੀਜ਼ਾਂ ਲਈ ਸਿੱਧੇ ਤੌਰ ਤੇ ਉਸ ਤੇ ਧਾਗੇ ਨਹੀਂ ਲਗਾਉਂਦੇ ਹਾਂ। ਜੋ ਅਸੀਂ ਇਸ ਤਰੀਕੇ ਨਾਲ ਖਾਸ ਆਯਾਮ ਦਿਖਾਉਂਦੇ ਹਾਂ। ਜਦੋਂ ਤੁਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਦੇਖਦੇ ਹੋ, ਤਾਂ ਇਹ ਹਿੱਸੇ ਇਹ ਦਰਸਾਉਂਦੇ ਹਨ ਕਿ ਇਹ ਧਾਗੇ ਹਨ। ਉਦਾਹਰਨ ਲਈ, ਜੇਕਰ ਤੁਸੀਂ ਇੱਕ ਪੈਨ ਲੈ ਰਹੇ ਹੋ ਜਿਸ ਨੂੰ ਦੋ ਹਿੱਸਿਆਂ ਵਿੱਚ ਖੋਲ੍ਹਿਆ ਜਾ ਸਕਦਾ ਹੈ ਤਾਂ ਇਸ ਵਿੱਚ ਹਮੇਸ਼ਾ ਪੇਚ ਅਤੇ ਧਾਗੇ ਦੇ ਸੁਮੇਲ ਹੁੰਦੇ ਹਨ।
ਉਹਨਾਂ ਵਿੱਚੋਂ ਇੱਕ 'ਚ ਸ਼ਾਇਦ ਬਾਹਰੀ ਥਰੇਡ ਹੋ ਸਕਦੇ ਹਨ। ਜੇ ਤੁਸੀਂ ਰੇਨੋਲਡਜ਼ ਪੈਨ ਦੇ ਅੱਗੇ ਵਾਲੇ ਹਿੱਸੇ ਨੂੰ ਲੈ ਰਹੇ ਹੋ, ਜੇ ਤੁਸੀਂ ਇਸ ਨੂੰ ਖੋਲ ਰਹੇ ਹੋ, ਤਾਂ ਇਸ ਦੇ ਹਮੇਸ਼ਾ ਨੀਲੇ ਰੰਗ ਦੇ ਹਿੱਸੇ ਤੇ ਧਾਗੇ ਹੁੰਦੇ ਹਨ। ਉਹ ਧਾਗੇ ਜਿਨ੍ਹਾਂ ਨੂੰ ਤੁਸੀਂ ਬਾਹਰੀ ਧਾਗੇ ਕਹਿੰਦੇ ਹੋ। ਉਸੇ ਤਰ੍ਹਾਂ ਉਸੇ ਰੇਨੋਲਡਜ਼ ਪੈਨ ਲਈ ਉਸ ਚਿੱਟੇ ਰੰਗ ਦੇ ਹਿੱਸੇ ਦੇ ਅੰਦਰ ਤੁਹਾਡੇ ਕੋਲ ਉਸ ਦੇ ਅੰਦਰ ਧਾਗੇ ਹੋਣਗੇ। ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਅੰਦਰੂਨੀ ਧਾਗੇ ਕਹਿੰਦੇ ਹਨ। ਜਦੋਂ ਤੁਸੀਂ ਬੋਲਟ, ਨਟ, ਪੈਨ, ਪੇਚ, ਕੈਪਸ ਅਤੇ ਹੋਰ ਕਿਸਮ ਦੀਆਂ ਚੀਜ਼ਾਂ ਲਈ ਇਹ ਆਯਾਮ ਦਿਖਾ ਰਹੇ ਹੋ ਤਾਂ ਹਮੇਸ਼ਾ ਬਾਹਰੀ ਧਾਗੇ ਅਤੇ ਅੰਦਰੂਨੀ ਧਾਗੇ ਹੋਣਗੇ। ਇਹਨਾਂ ਅੰਦਰੂਨੀ ਧਾਗੇ ਅਤੇ ਬਾਹਰੀ ਧਾਗੇ ਨੂੰ ਦਿਖਾਉਣ ਦੇ ਵਿਭਿੰਨ ਤਰੀਕੇ ਹਨ, ਅਤੇ ਇਸ ਬਾਰੇ ਅਸੀਂ ਭਵਿੱਖ ਦੀਆਂ ਜਮਾਤਾਂ ਵਿੱਚ ਹੋਰ ਵੇਰਵੇ ਸਿੱਖਾਂਗੇ। ਪਰ ਜਦੋਂ ਵੀ ਅਸੀਂ ਇਸ ਕਿਸਮ ਦੇ ਆਇਤਾਕਾਰ ਦੇ ਭਾਗਾਂ ਨੂੰ ਇੱਕ ਟੇਪਰਡ ਅਤੇ ਇੱਕ ਕਿਸਮ ਦੀ ਮਾਮੂਲੀ ਕਰਵ ਅਤੇ ਲਾਈਨਾਂ ਦੇਖਦੇ ਹਾਂ ਤਾਂ ਇਹ ਦਰਸਾਉਂਦਾ ਹੈ ਕਿ ਇਹ ਧਾਗੇ ਨਾਲ ਨਜਿੱਠਣ ਲਈ ਮੰਨਿਆ ਜਾਂਦਾ ਹੈ। ਅਤੇ ਆਮ ਤੌਰ ਤੇ ਇਹ ਧਾਗਾ ਮੈਟ੍ਰਿਕ ਐਮ ਭਾਗਾਂ ਦੁਆਰਾ ਦਿਖਾਵਾਂਗੇ। ਇਸ ਉਦੇਸ਼ ਲਈ ਮੈਟ੍ਰਿਕ ਧਾਗੇ ਵਿੱਚ ਇੱਕ ਚਿੰਨ੍ਹ ਐਮ ਹੈ। ਸ਼ਾਇਦ ਇਸ ਦਾ ਵਿਆਸ 12 mm ਹੋ ਸਕਦਾ ਹੈ। ਜੇਕਰ ਇਹ ਇੱਕ ਐਕਸਟਰਨਲ ਧਾਗਾ ਹੈ, ਤਾਂ ਅਸੀਂ ਇਸ ਨੂੰ ਬਾਹਰੀ ਪਾਸੇ ਤੋਂ ਦਿਖਾਉਂਦੇ ਹਾਂ। ਇਹ ਉਹ ਧਾਗਾ ਹੈ ਜਿਸ ਉੱਤੇ ਸਾਡੇ ਕੋਲ ਇਹ M12 ਹੈ ਤਾਂ ਅਸੀਂ ਦਿਖਾਵਾਂਗੇ। ਜੇਕਰ ਇਹ ਰੇਨੋਲਡਜ਼ ਪੈਨ ਦੇ ਵਾਈਟ ਕਲਰ ਪੋਰਸ਼ਨ ਦੀ ਤਰ੍ਹਾਂ ਹੈ, ਜਿਸ ਵਿੱਚ ਇੰਟਰਨਲ ਧਾਗਾ ਹੈ, ਤਾਂ ਉਸ ਸਥਿਤੀ ਵਿੱਚ ਅਸੀਂ ਇਸ ਨੂੰ ਦਿਖਾਉਣ ਜਾ ਰਹੇ ਹਾਂ। ਇਸੇ ਤਰ੍ਹਾਂ ਜਦੋਂ ਵੀ ਇਹਨਾਂ ਧਾਗਿਆਂ ਦੇ ਬੋਲਟ, ਨਟ ਅਤੇ ਹੋਰ ਕਿਸਮ ਦੀਆਂ ਚੀਜ਼ਾਂ ਸ਼ਾਮਿਲ ਹੁੰਦੀਆਂ ਹਨ ਤਾਂ ਅਸੀਂ ਆਮ ਤੌਰ ਤੇ ਡਰਿਲ ਕੀਤੇ ਛੇਕ ਦੀ ਡੂੰਘਾਈ ਨਾਲ ਜਾਂਦੇ ਹਾਂ। ਉਦਾਹਰਨ ਲਈ ਇਸ ਵਸਤੂ ਦੇ ਅੰਦਰ ਇੱਕ ਛੇਕ ਹੈ ਜਿਸ ਵਿੱਚ ਤੁਹਾਡੇ ਕੋਲ ਇੱਕ ਧਾਗਾ ਹੈ। ਇਸ ਲਈ ਡੂੰਘਾਈ ਹਮੇਸ਼ਾ ਲੋੜੀਂਦੀ ਹੈ। ਉਦਾਹਰਨ ਲਈ ਇਸ ਸਥਿਤੀ ਵਿੱਚ ਇੱਥੇ 12 mm ਹੈ। ਇਸ ਲਈ ਇੱਕ ਸਿਰੇ ਤੋਂ ਇਹ 22 mm ਇਹ ਦਿਖਾਇਆ ਗਿਆ ਹੈ। ਇਸ ਲਈ ਇੱਥੋਂ ਇਹ ਇਸ ਭਾਗ ਤੱਕ 22 mm ਹੈ। ਅਤੇ ਧਾਗਾ ਸ਼ਾਇਦ ਵਸਤੂ ਦਾ ਆਕਾਰ ਉਸ ਛੇਕ ਤੱਕ ਹੋ ਸਕਦਾ ਹੈ ਜੋ ਇਸ ਪੱਧਰ ਤੱਕ ਬਣਾਇਆ ਜਾ ਸਕਦਾ ਹੈ। ਪਰ ਥਰੇਡਿੰਗ ਇਸ ਪੱਧਰ ਤੱਕ ਹੀ ਕੀਤੀ ਜਾਂਦੀ ਹੈ, ਤਾਂ ਜੋ ਉਸ ਸਥਿਤੀ ਵਿੱਚ ਧਾਗੇ ਦੀ ਲੰਬਾਈ 18 mm ਵੀ ਦਿਖਾਈ ਜਾਵੇ। ਇਹ 18 mm ਹੈ। ਇਹ ਉਹ ਤਰੀਕਾ ਹੈ ਜਿਸ ਤਰ੍ਹਾਂ ਇੱਕ ਧਾਗੇ ਅਤੇ ਖਾਸ ਪੇਚ ਦੀਆਂ ਵਿਸ਼ੇਸ਼ਤਾਵਾਂ ਹਨ ਜੋ ਅਸੀਂ ਇਸ ਨੂੰ ਦਿਖਾਵਾਂਗੇ। ਅਸੀਂ ਹਮੇਸ਼ਾ ਇਸ ਦੇ ਵੱਖੋ ਵੱਖਰੇ ਦ੍ਰਿਸ਼ ਦਿਖਾਉਂਦੇ ਹਾਂ, ਜਿਵੇਂ ਕਿ ਫਰੰਟਲ ਵਿਊ ਅਤੇ ਸਾਈਡ ਵਿਊ। ਕਿਉਂਕਿ ਇਹ ਇੱਕ ਥਰੇਡ ਕਿਸਮ ਦੀ ਚੀਜ਼ ਇੱਕ ਐਕਸਟਰਨਲ ਥਰੇਡ ਹੈ। ਜੇ ਤੁਸੀਂ ਇਸ ਪਾਸੇ ਤੋਂ ਜਾਂ ਸ਼ਾਇਦ ਇਸ ਪਾਸੇ ਤੋਂ ਦੇਖ ਰਹੇ ਹੋ ਤਾਂ ਇਹ ਇੱਕ ਸਰਕਲ ਵਰਗਾ ਲੱਗਦਾ ਹੈ, ਜਿਸ ਤੇ ਅਸੀਂ ਥਰੇਡ ਕਹਿਣਾ ਸ਼ੁਰੂ ਕਰਦੇ ਹਾਂ। ਇਸ ਲਈ ਉਸ ਸਥਿਤੀ ਵਿੱਚ ਸਾਡੇ ਕੋਲ ਆਯਾਮਾਂ ਦੇ ਅੰਦਰਲੇ ਹੋਰ ਵੇਰਵੇ ਵੀ ਹਨ। ਅਸੀਂ ਭਵਿੱਖ ਦੀਆਂ ਕਲਾਸਾਂ ਵਿੱਚ ਇਸ ਬਾਰੇ ਸਿੱਖਾਂਗੇ। ਆਮ ਤੌਰ ਤੇ ਅਸੀਂ ਕਿਸੇ ਵੀ ਕਿਸਮ ਦੀ ਆਯਾਮਾਂ ਲਈ ਚਿੰਨ੍ਹ ਦੇ ਨਾਲ ਜਾਂਦੇ ਹਾਂ। ਸਿਰਫ ਉਸ ਚਿੰਨ੍ਹ ਨੂੰ ਦੇਖ ਕੇ ਅਸੀਂ ਇਹ ਸਮਝਣ ਦੀ ਸਥਿਤੀ ਵਿੱਚ ਹੋਵਾਂਗੇ ਕਿ ਕੀ ਡਰਾਇੰਗ ਵਿੱਚ ਵਿਆਸ ਜਾਂ ਗੋਲਾਕਾਰ ਵਿਆਸ ਦਾ ਘੇਰਾ ਹੈ। ਅਤੇ ਇੱਕ ਤਰ੍ਹਾਂ ਹੋਰ, ਜੇਕਰ ਅਸੀਂ ਫਾਈ ਦੀ ਵਰਤੋਂ ਕਰ ਰਹੇ ਹਾਂ, ਤਾਂ ਇਹ ਵਿਆਸ ਨੂੰ ਦਰਸਾਉਂਦਾ ਹੈ। ਜੇਕਰ ਇਹ ਐਸ ਫਾਈ ਵਰਗੀ ਕੋਈ ਚੀਜ਼ ਹੈ ਤਾਂ ਇਹ ਗੋਲਾਕਾਰ ਵਿਆਸ ਦਰਸਾਉਂਦਾ ਹੈ। ਰੇਡੀਅਸ ਲਈ ਅਸੀਂ ਆਰ ਦੇ ਨਾਲ ਜਾਂਦੇ ਹਾਂ ਅਤੇ ਗੋਲਾਕਾਰ ਘੇਰਾ ਐਸਆਰ ਚਿੰਨ੍ਹ ਦੇ ਨਾਲ ਜਾਂਦੇ ਹਾਂ। ਜੇਕਰ ਇਹ ਵਰਗ ਕੰਪੋਨੈਂਟ ਹਨ, ਤਾਂ ਅਸੀਂ ਵਰਗ ਚਿੰਨ੍ਹ ਦੀ ਵਰਤੋਂ ਕਰਦੇ ਹਾਂ। ਕਈ ਵਾਰ ਅਸੀਂ ਸਿਲੰਡਰੀਕਲ ਵਸਤੂਆਂ ਨੂੰ ਦਰਸਾਉਣ ਜਾ ਰਹੇ ਹਾਂ। ਉਸ ਸਥਿਤੀ ਵਿੱਚ ਅਸੀਂ CYL ਨੂੰ ਸਿਲੰਡਰ ਵਜੋਂ ਵਰਤਦੇ ਹਾਂ। ਇਸੇ ਤਰ੍ਹਾਂ ਜਦੋਂ ਵੀ ਇੱਕ ਪਲੇਟ ਵਿੱਚ ਇਹ ਮਲਟੀਪਲ ਛੇਕ ਬਣਾਏ ਜਾਂਦੇ ਹਨ, ਉਸ ਸਥਿਤੀ ਵਿੱਚ ਇੱਕ ਪਿਚ ਵਿਆਸ ਦੀ ਨੁਮਾਇੰਦਗੀ ਕੀਤੀ ਜਾਵੇਗੀ। ਅਸੀਂ ਆਮ ਤੌਰ ਤੇ PCD ਪਿਚ ਸਰਕਲ ਵਿਆਸ ਨਾਲ ਜਾਂਦੇ ਹਾਂ। ਜੇਕਰ ਚੀਜ਼ਾਂ ਬਰਾਬਰ ਹੁੰਦੀਆਂ ਹਨ, ਤਾਂ ਅਸੀਂ EQSP ਬਰਾਬਰ ਕਿਸਮ ਦੀਆਂ ਚੀਜ਼ਾਂ ਨਾਲ ਜਾਂਦੇ ਹਾਂ। ਇਸੇ ਤਰ੍ਹਾਂ ਹੋਰ ਚੀਜ਼ਾਂ, ਜਿਵੇਂ ਕਿ ਜੇ ਇਹ ਕੋਨਿਕਲ ਟੇਪਰ ਹੈ, ਤਾਂ ਅਸੀਂ ਇਸ ਨੂੰ ਇਸ ਤਰੀਕੇ ਨਾਲ ਵਰਤਦੇ ਹਾਂ। ਜੇਕਰ ਇਹ ਸਿਰਫ ਇੱਕ ਫਲੈਟ ਟੇਪਰ ਹੈ, ਤਾਂ ਅਸੀਂ ਇਸ ਨੂੰ ਇਸ ਤਰੀਕੇ ਨਾਲ ਵਰਤਦੇ ਹਾਂ, ਜਿਵੇਂ ਕਿ ਫਲੈਟ ਟੇਪਰ ਚਿੰਨ੍ਹ ਇਹ ਹੈ। ਜੇ ਇਹ ਕੋਨਿਕਲ ਕਿਸਮ ਦਾ ਟੇਪਰ ਹੈ, ਤਾਂ ਅਸੀਂ ਇਸ ਨੂੰ ਕਈ ਹੋਰ ਚੀਜ਼ਾਂ ਦੀ ਵਰਤੋਂ ਕਰਦੇ ਹਾਂ, ਜਿਵੇਂ ਕਿ ਆਮ ਤੌਰ ਤੇ ਥਰੇਡ ਅਤੇ ਹੋਰ ਚੀਜ਼ਾਂ ਲਈ ਅਸੀਂ ਆਮ ਤੌਰ ਤੇ ਇਸ ਸਿੰਬਲ M ਨੂੰ ਵੇਖਦੇ ਹਾਂ, ਜਿਸ ਦਾ ਮਤਲਬ ਮੈਟ੍ਰਿਕ ਥਰੇਡ ਹੈ। ਇਹਨਾਂ ਥਰੇਡ ਨੂੰ ਬਣਾਉਣ ਦਾ ਇੱਕ ਤਰੀਕਾ
ਇੱਥੇ ਕਈ ਤਰ੍ਹਾਂ ਦੇ ਛੇਕ ਹੁੰਦੇ ਹਨ ਆਦਿ ਇਸ ਲਈ ਚੀਜ਼ਾਂ ਜਿਵੇਂ ਕਿ ਕਾਊਂਟਰ ਬੋਰ ਕਾਊਂਟਰ ਚੀਜ਼ਾਂ ਆਦਿ ਇੱਥੇ ਕੁਝ ਖਾਸ ਸਿੰਬਲ ਹੁੰਦੇ ਹਨ ਜੋ ਲੋਕ ਆਮ ਤੌਰ ਤੇ ਇਸ ਦੀ ਵਰਤੋਂ ਕਰਦੇ ਹਨ। ਇਸ ਲਈ ਡਰਾਇੰਗ ਸ਼ੀਟ ਸਿੰਬਲਸ ਤੇ ਇਹਨਾਂ ਇਕਾਈਆਂ ਦੀ ਆਯਾਮਾ ਸਭ ਤੋਂ ਮਹੱਤਵਪੂਰਨ ਚੀਜ਼ ਹੈ ਜੇਕਰ ਤੁਸੀਂ ਮਸ਼ੀਨਿਸਟ ਨੂੰ ਤਸਵੀਰ ਪਹੁੰਚਾਉਣਾ ਚਾਹੁੰਦੇ ਹੋ। ਹੁਣ ਡਰਾਇੰਗ ਲਈ ਇਹ ਸਾਰੇ ਆਯਾਮ 12 mm ਕਹਿਣ ਵਾਂਗ ਬਿਲਕੁਲ ਠੀਕ ਹਨ। ਪਰ ਜੇ ਅਸੀਂ ਕਿਸੇ ਮਸ਼ੀਨਿਸਟ ਨੂੰ 12 mm ਕਿਸਮ ਦੀ ਵਸਤੂ ਤਿਆਰ ਕਰਨ ਲਈ ਕਹਿ ਰਹੇ ਹਾਂ ਸ਼ਾਇਦ ਇਹ ਲੰਬਾਈ ਹੋ ਸਕਦੀ ਹੈ ਇਹ ਛੇਕ ਹੋ ਸਕਦਾ ਹੈ। ਇਹ ਠੀਕ 12 mm ਬਣਾਉਣਾ ਸੰਭਵ ਨਹੀਂ ਹੈ। ਇੱਥੇ ਹਮੇਸ਼ਾ ਪਲੱਸ ਜਾਂ ਮਾਈਨਸ ਡਿਵੀਏਸ਼ਨ ਸੰਭਵ ਹੋਵੇਗਾ ਕਿਉਂਕਿ ਅਸੀਂ ਮਸ਼ੀਨਾਂ ਨਾਲ ਕੰਮ ਕਰ ਰਹੇ ਹਾਂ। ਇੱਥੇ ਇਸ ਮਸ਼ੀਨ ਨੂੰ ਪ੍ਰਭਾਵਿਤ ਕਰਨ ਵਾਲੇ ਬਹੁਤ ਸਾਰੇ ਕਾਰਕ ਹਨ। ਉਦਾਹਰਨ ਲਈ ਮੈਂ ਇੱਕ ਟਰਨਿੰਗ ਆਪਰੇਸ਼ਨ ਕਰਨਾ ਚਾਹੁੰਦਾ ਹਾਂ ਜਿੱਥੇ ਮੈਂ 20 mm ਦਾ ਇੱਕ ਸਿਲੰਡਰ ਬਣਾਉਣਾ ਚਾਹੁੰਦਾ ਹਾਂ। ਪਰ ਮਕੈਨੀਕਲ ਕੰਪਨਾਂ ਤਾਪਮਾਨ ਵਿੱਚ ਤਬਦੀਲੀਆਂ ਦੇ ਕਾਰਨ ਇੱਕ ਛੋਟੀ ਜਿਹੀ ਡੇਵੀਏਸ਼ਨ ਉਹ ਤਰੀਕਾ ਹੈ ਜਿਸ ਨਾਲ ਅਸੀਂ ਇਸ ਲੇਦ ਮਸ਼ੀਨ ਆਦਿ ਚੀਜ਼ਾਂ ਨੂੰ ਕਿਵੇਂ ਫੀਡ ਕਰਦੇ ਹਾਂ। ਇਸ ਗੱਲ ਦੀ ਹਮੇਸ਼ਾ ਸੰਭਾਵਨਾ ਰਹਿੰਦੀ ਹੈ ਕਿ ਇਹ ਵੱਧ ਹੋ ਸਕਦਾ ਹੈ ਇਹ ਉਸ ਵਸਤੂ ਤੋਂ ਘੱਟ ਹੋ ਸਕਦਾ ਹੈ। ਬਹੁਤ ਸਾਰੇ ਕਾਰਕ ਇਹਨਾਂ ਚੀਜ਼ਾਂ ਨੂੰ ਪ੍ਰਭਾਵਿਤ ਕਰਦੇ ਹਨ। ਇਸ ਲਈ 12 mm ਜਾਂ 20 mm ਆਮ ਤੌਰ ਤੇ ਦਰਸਾਉਣਾ ਚੰਗਾ ਵਿਚਾਰ ਨਹੀਂ ਹੁੰਦਾ ਇਸ ਦਾ ਜ਼ਿਕਰ ਕਰਨਾ ਹਮੇਸ਼ਾ ਵਧੀਆ ਰਹਿੰਦਾ ਹੈ। 20 ਰੇਂਜਾਂ ਤੋਂ 20.5 mm ਤੱਕ ਅਤੇ 19.5 mm ਜਾਂ ਸ਼ਾਇਦ 20 ਪਲੱਸ ਜਾਂ ਮਾਈਨਸ 0.05 mm ਵਰਗੀ ਕੋਈ ਚੀਜ਼ ਇਸ ਕਿਸਮ ਦੇ ਆਯਾਮ ਜਿਨ੍ਹਾਂ ਨੂੰ ਅਸੀਂ ਦਰਸਾਉਂਦੇ ਹਾਂ ਉਹਨਾਂ ਨੂੰ ਸਹਿਣਸ਼ੀਲਤਾ ਕਹਿੰਦੇ ਹਨ। ਆਓ ਆਪਾਂ ਇਸ ਸਹਿਣਸ਼ੀਲਤਾ ਬਾਰੇ ਹੋਰ ਜਾਣਕਾਰੀ ਦਈਏ। ਸਹਿਣਸ਼ੀਲਤਾ ਦੀ ਬੇਸਿਕ ਪਰਿਭਾਸ਼ਾ ਇਹ ਕਿਸੇ ਹਿੱਸੇ ਦੇ ਆਕਾਰ ਅਤੇ ਜਿਓਮੈਟਰੀ ਵਿੱਚ ਇੱਕ ਖਾਸ ਪਰਿਵਰਤਨ ਲਈ ਇੱਕ ਪੱਤਾ ਹੈ। ਕੋਈ ਵੀ ਵਸਤੂ ਸਹੀ ਆਕਾਰ ਅਤੇ ਵਾਰ-ਵਾਰ ਆਕਾਰ ਨਾਲ ਨਹੀਂ ਬਣਾਈ ਜਾਵੇਗੀ। ਜੇ ਤੁਸੀਂ ਇਸ ਨੂੰ ਦੁਹਰਾਉਣਾ ਚਾਹੁੰਦੇ ਹੋ ਤਾਂ ਕਈ ਵਸਤੂਆਂ ਜੋ ਤੁਸੀਂ ਬਣਾਉਣਾ ਚਾਹੁੰਦੇ ਹੋ ਉਸ ਵਿੱਚ ਹਮੇਸ਼ਾ ਭਿੰਨਤਾਵਾਂ ਹੁੰਦੀਆਂ ਹਨ। ਇੱਕੋ ਆਕਾਰ ਅਤੇ ਜਿਓਮੈਟਰੀ ਦੀ ਇੱਕੋ ਵਸਤੂ ਨੂੰ ਬਣਾਉਣਾ ਬਿਲਕੁਲ ਸੰਭਵ ਨਹੀਂ ਹੈ। ਇਸ ਲਈ ਸਹਿਣਸ਼ੀਲਤਾ ਸਵੀਕਾਰਯੋਗ ਪਰਿਵਰਤਨ ਨਿਰਧਾਰਿਤ ਕਰਦੀ ਹੈ। ਇਸ ਲਈ ਕੋਈ ਵੀ ਗੁਣਵੱਤਾ ਨਿਰੀਖਣ ਅਤੇ ਇਸ ਤਰ੍ਹਾਂ ਹੋਰ ਉਦੇਸ਼ ਤੇ ਇਹ ਸਹਿਣਸ਼ੀਲਤਾ ਦੀਆਂ ਸੀਮਾਵਾਂ ਸਖਤੀ ਨਾਲ ਲਗਾਈਆਂ ਗਈਆਂ ਹਨ। ਜੇ ਕੋਈ ਵੱਡੀ ਵੇਰੀਏਸ਼ਨ ਹੈ ਤਾਂ ਇਹ ਉਸ ਹਿੱਸੇ ਦੀ ਫੰਕਸ਼ਨੈਲਿਟੀ ਨੂੰ ਪ੍ਰਭਾਵਿਤ ਕਰ ਸਕਦੀ ਹੈ। ਉਦਾਹਰਨ ਲਈ ਉਹ ਸੋਚਦੇ ਹਨ ਕਿ ਅਸੀਂ ਇੱਕ ਸਧਾਰਨ ਰੇਨੋਲਡਜ਼ ਪੈਨ ਕੀ ਲਿਆ ਹੈ। ਜੇ ਅਸੀਂ ਇਸ ਨੂੰ ਲੈ ਰਹੇ ਹਾਂ ਤਾਂ ਇਸ ਵਿੱਚ ਪੇਚ ਅਤੇ ਦੂਸਰਾ ਹਿੱਸਾ ਦੋਵੇਂ ਹਨ। ਜਦੋਂ ਤੁਸੀਂ ਇਸ ਰੇਨੋਲਡਜ਼ ਪੈਨ ਨੂੰ ਨੀਲੇ ਰੰਗ ਦੇ ਹਿੱਸੇ ਨੂੰ ਪੇਚ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜੇਕਰ ਥਰੇਡ ਬਹੁਤ ਛੋਟਾ ਹੈ ਤਾਂ ਇਹ ਤੁਰੰਤ ਉਸ ਪੈਨ ਨੂੰ ਗੁਆ ਦਿੰਦਾ ਹੈ ਅਤੇ ਹਿੱਸੇ ਦੀ ਫੰਕਸ਼ਨੈਲਿਟੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਸ਼ਾਇਦ ਜੇਕਰ ਉਹ ਥਰੇਡ ਬਹੁਤ ਵੱਡਾ ਹੈ ਸ਼ਾਇਦ ਇਹ ਅਸਲ ਵਿੱਚ ਉਸ ਵਸਤੂ ਵਿੱਚ ਵੀ ਫਿੱਟ ਨਾ ਹੋਵੇ। ਇੱਕ ਵੱਡੀ ਵੇਰੀਏਸ਼ਨ ਹਮੇਸ਼ਾ ਇਹਨਾਂ ਭਾਗਾਂ ਦੀ ਫੰਕਸ਼ਨੈਲਿਟੀ ਨੂੰ ਪ੍ਰਭਾਵਿਤ ਕਰਦੀ ਹੈ। ਉਦਾਹਰਨ ਲਈ ਉਂਗਲਾਂ ਦੀਆਂ ਰਿੰਗਾਂ ਜੋ ਅਸੀਂ ਵਰਤਦੇ ਹਾਂ। ਜੇਕਰ ਇਹ ਬਹੁਤ ਵੱਡੀ ਹੈ ਤਾਂ ਅਸੀਂ ਉਸ ਰਿੰਗ ਨੂੰ ਅਸਰਦਾਰ ਤਰੀਕੇ ਨਾਲ ਵਰਤਣ ਦੀ ਸਥਿਤੀ ਵਿੱਚ ਨਹੀਂ ਹੋਵਾਂਗੇ। ਜੇਕਰ ਇਹ ਬਹੁਤ ਛੋਟਾ ਹੈ ਤਾਂ ਇਹ ਸਾਡੀ ਉਂਗਲੀ ਵਿੱਚ ਵੀ ਫਿੱਟ ਨਹੀਂ ਬੈਠਦਾ। ਕੋਈ ਵੀ ਵਸਤੂ ਜੋ ਵੀ ਤੁਸੀਂ ਇਹਨਾਂ ਸਹਿਣਸ਼ੀਲਤਾ ਵਾਲੀਆਂ ਚੀਜ਼ਾਂ ਨਾਲ ਲੈਂਦੇ ਹੋ ਜੇਕਰ ਕੋਈ ਵੱਡੀ ਵੇਰੀਏਸ਼ਨ ਹੈ ਇਹ ਹਿੱਸੇ ਦੀ ਫੰਕਸ਼ਨੈਲਿਟੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ। ਹਾਲਾਂਕਿ ਜੇਕਰ ਤੁਸੀਂ ਸੱਚਮੁੱਚ ਇਸ ਨੂੰ ਸਹੀ ਬਣਾਉਣਾ ਚਾਹੁੰਦੇ ਹੋ ਜਿਸ ਦਾ ਮਤਲਬ ਹੈ ਕਿ ਤੁਸੀਂ ਬਹੁਤ ਘੱਟ ਵੇਰੀਏਸ਼ਨ ਕਰਨ ਜਾ ਰਹੇ ਹੋ ਤਾਂ ਸਭ ਤੋਂ ਵੱਧ ਧਿਆਨ ਰੱਖਣਾ ਹੋਵੇਗਾ ਅਤੇ ਉਸ ਕੰਪੋਨੈਂਟ ਨੂੰ ਬਣਾਉਣਾ ਬਹੁਤ ਮਹਿੰਗਾ ਹੋਵੇਗਾ। ਇਸ ਲਈ ਕਿਸੇ ਨੂੰ ਇਸ ਛੋਟੀ ਜਿਹੀ ਵੇਰੀਏਸ਼ਨ ਨਾਲ ਬਹੁਤ ਵੱਡੀ ਵੇਰੀਏਸ਼ਨ ਨਾਲ ਧਿਆਨ ਨਾਲ ਚੱਲਣਾ ਪੈਂਦਾ ਹੈ ਤਾਂ ਜੋ ਇੱਕ ਪਾਸੇ ਇਹ ਲਾਗਤ ਵਿੱਚ ਵਾਧਾ ਨਾ ਕਰੇ ਕਿ ਇਹ ਲਾਗਤ ਸਮਾਂ ਖਪਤ ਕਰਨ ਵਾਲੀ ਹੋ ਸਕਦੀ ਹੈ। ਇਹ ਉਤਪਾਦਨ ਦੇ ਰੂਪ ਵਿੱਚ ਮੁਦਰਾ ਚੀਜ਼ਾਂ ਦੇ ਰੂਪ ਵਿੱਚ ਹੋ ਸਕਦੀ ਹੈ ਕਿ ਤੁਸੀਂ ਇਸ ਨੂੰ ਕਿੰਨੀ ਮਾਤਰਾ ਵਿੱਚ ਤਿਆਰ ਕਰਨਾ ਚਾਹੁੰਦੇ ਹੋ ਜਿਸ ਦੀ ਲਾਗਤ ਵੀ ਆਉਂਦੀ ਹੈ ਅਤੇ ਬਹੁਤ ਸਾਰੀਆਂ ਚੀਜ਼ਾਂ। ਆਮ ਤੌਰ ਤੇ ਉਦਯੋਗ ਇੱਕ ਛੋਟੀ ਵੇਰੀਏਸ਼ਨ ਅਤੇ ਇੱਕ ਵੱਡੀ ਵੇਰੀਏਸ਼ਨ ਸਹਿਣਸ਼ੀਲਤਾ ਨੂੰ ਅਨੁਕੂਲ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਜਦੋਂ ਉਹ ਮਹੱਤਵਪੂਰਨ ਹੁੰਦੇ ਹਨ। ਆਓ ਇੱਕ ਮਿਆਰੀ ਉਦਾਹਰਨ ਵੇਖੀਏ। ਉਦਾਹਰਨ ਲਈ ਮਸ਼ੀਨਿੰਗ ਮਕੈਨੀਕਲ ਇੰਜੀਨੀਅਰਿੰਗ ਵਿੱਚ ਅਸੀਂ ਚੀਜ਼ਾਂ ਨੂੰ ਅਸੈਂਬਲੀ ਦੇ ਰੂਪ ਵਿੱਚ ਦਿਖਾਉਂਦੇ ਹਾਂ। ਇਹ ਵਿਅਕਤੀਗਤ ਕੰਪੋਨੈਂਟ ਹਨ
ਜੋ ਤੁਸੀਂ ਉਹਨਾਂ ਨੂੰ ਠੀਕ ਕਰਦੇ ਹੋ ਤਾਂ ਜੋ ਅੰਤ ਵਿੱਚ ਇਹ ਇੱਕ ਉਤਪਾਦ ਵਰਗਾ ਬਣ ਜਾਵੇ। ਆਓ ਅਸੀਂ ਐਨਕਾਂ ਵਰਗੀ ਇੱਕ ਉਦਾਹਰਨ ਚੁਣੀਏ। ਇਹ ਇੱਕ ਅਸੈਂਬਲੀ ਹੈ ਜਿਸ ਵਿੱਚ ਆਮ ਸ਼ੀਸ਼ਾ ਹੁੰਦਾ ਹੈ। ਸ਼ਾਇਦ ਫਰੇਮ। ਇਹ ਫਰੇਮ ਹੈ। ਸ਼ਾਇਦ ਅਜਿਹੇ ਜੋੜ ਹੋਣਗੇ ਜੋ ਜੋੜਾਂ ਵਿੱਚ ਪੇਚ, ਗਲਾਸ, ਪੇਚ ਅਤੇ ਫਰੇਮ ਹੋ ਸਕਦੇ ਹਨ। ਇਹਨਾਂ ਨੂੰ ਇਸ ਐਨਕਾਂ ਦੇ ਹਿੱਸੇ ਕਿਹਾ ਜਾਂਦਾ ਹੈ। ਜਦੋਂ ਤੁਸੀਂ ਉਹਨਾਂ ਨੂੰ ਸਹੀ ਢੰਗ ਨਾਲ ਕਲੱਬ ਕਰਦੇ ਹੋ, ਤਾਂ ਤੁਸੀਂ ਅਸੈਂਬਲੀ ਪ੍ਰਾਪਤ ਕਰਨ ਦੀ ਸਥਿਤੀ ਵਿੱਚ ਹੋਵੋਗੇ। ਕਿ ਅਸੈਂਬਲੀ ਫੰਕਸ਼ਨੈਲਿਟੀ ਨੂੰ ਐਨਕਾਂ ਦੀ ਤਰ੍ਹਾਂ ਬਣਾਉਂਦੀ ਹੈ। ਹੁਣ ਅਸੀਂ ਉਸ ਫਰੇਮ ਵਿੱਚ ਵਿਅਕਤੀਗਤ ਚੀਜ਼ ਨੂੰ ਵੇਖੀਏ। ਇਹ ਉਹ ਫਰੇਮ ਹੈ ਜਿਸ ਨੂੰ ਅਸੀਂ ਇੱਕ ਗਲਾਸ ਲਗਾਉਣਾ ਚਾਹੁੰਦੇ ਹਾਂ। ਆਓ ਅਸੀਂ ਇਸ ਗਲਾਸ ਨੂੰ ਬਣਾਈਏ। ਇਹ ਉਹ ਗਲਾਸ ਹੈ ਜੋ ਅਸੀਂ ਫਿੱਟ ਕਰਨਾ ਚਾਹੁੰਦੇ ਹਾਂ। ਆਓ ਅਸੀਂ ਇਸ ਆਯਾਮ ਨੂੰ ਵੇਖੀਏ। ਜੇਕਰ ਇਹ ਆਯਾਮ ਸਭ ਤੋਂ ਪਹਿਲਾਂ ਇੱਕੋ ਮਾਪ ਨੂੰ ਤਿਆਰ ਕਰਨਾ ਆਸਾਨ ਨਹੀਂ ਹੈ। ਭਾਵੇਂ ਅਸੀਂ ਇਸ ਨੂੰ ਸਥਿਰ ਕਰਨ ਦੀਆਂ ਸ਼ਰਤਾਂ ਵਿੱਚ ਇੱਕ ਛੋਟੀ ਜਿਹੀ ਤਬਦੀਲੀ ਕਰਦੇ ਹਾਂ ਜਿਵੇਂ ਕਿ ਮਕੈਨੀਕਲ ਤਣਾਅ ਸ਼ਾਇਦ ਮਰੋੜ ਸਕਦੇ ਹਨ। ਇਸ ਲਈ ਮੁੱਖ ਫੰਕਸ਼ਨੈਲਿਟੀ ਜਿਵੇਂ ਕਿ ਇਸ ਗਲਾਸ ਨੂੰ ਅੰਦਰ ਫਿੱਟ ਕਰਨਾ ਕਿ ਅਸੀਂ ਇਸ ਨੂੰ ਪ੍ਰਾਪਤ ਕਰਨ ਦੀ ਸਥਿਤੀ ਵਿੱਚ ਨਹੀਂ ਹੋ ਸਕਦੇ। ਮਕੈਨੀਕਲ ਤਣਾਅ ਵਿੱਚ ਇੱਕ ਛੋਟਾ ਜਿਹਾ ਵਾਧਾ ਸ਼ਾਇਦ ਤਾਪਮਾਨ ਵਿੱਚ ਤਬਦੀਲੀਆਂ, ਜਾਂ ਹੋ ਸਕਦਾ ਹੈ ਕਿ ਸਤ੍ਹਾ ਦੀ ਰਗੜ ਅਤੇ ਹੋਰ ਚੀਜ਼ਾਂ, ਇਸ ਦੀ ਫੰਕਸ਼ਨੈਲਿਟੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦੀਆਂ ਹਨ। ਪਰ ਜੇਕਰ ਅਸੀਂ ਇਸ ਨੂੰ ਛੋਟਾ ਬਣਾਉਣ ਜਾ ਰਹੇ ਹਾਂ ਤਾਂ ਇਹ ਛੋਟਾ ਆਕਾਰ ਹੈ। ਪਰ ਇਹ ਵੱਡਾ ਹੈ, ਇਹ ਉਸ ਵਸਤੂ ਤੋਂ ਬਾਹਰ ਆਉਂਦਾ ਹੈ। ਜੇ ਇਹ ਬਹੁਤ ਵੱਡਾ ਹੈ, ਜੇਕਰ ਇਹ ਵੱਡਾ ਹੈ, ਅਤੇ ਜੇ ਇਹ ਛੋਟਾ ਹੈ, ਤਾਂ ਇਹ ਸੱਚਮੁੱਚ ਇਸ ਵਿੱਚ ਫਿੱਟ ਨਹੀਂ ਹੋ ਸਕਦਾ। ਕੁਝ ਹਿੱਸੇ ਅਕਸਰ ਇਕੱਠੇ ਫਿੱਟ ਨਹੀਂ ਹੋਣਗੇ ਜੇ ਉਹਨਾਂ ਦੇ ਆਯਾਮ ਮੁੱਲਾਂ ਦੀ ਇੱਕ ਨਿਸ਼ਚਿਤ ਰੇਂਜ ਦੇ ਅੰਦਰ ਨਹੀਂ ਆਉਂਦੇ। ਉਦਾਹਰਨ ਲਈ ਆਓ ਅਸੀਂ ਇਸ ਆਯਾਮ ਨੂੰ 25 mm ਮੰਨ ਲਈਏ। ਤਾਂ ਇਹ ਇੱਕ 25 mm ਸਹੀ ਫਿੱਟ ਹੈ। ਸ਼ਾਇਦ ਜਦੋਂ ਤੁਸੀਂ ਇਹ ਬਣਾ ਰਹੇ ਹੋਵੋ ਤਾਂ ਇਹ ਉਸ ਸੀਮਾ ਦੇ ਅੰਦਰ 25.1 mm ਤੋਂ 24.9 mm ਤੱਕ ਹੈ। ਜੇਕਰ ਇਹ 25 ਹੈ ਤਾਂ ਇਹ ਉਸ ਵਸਤੂ ਵਿੱਚ ਫਿੱਟ ਹੋ ਜਾਂਦਾ ਹੈ। ਜੇਕਰ ਇਹ 26 ਹੈ ਤਾਂ ਨਿਸ਼ਚਿਤ ਤੌਰ ਤੇ ਇਹ ਉਸ ਵਸਤੂ ਵਿੱਚ ਫਿੱਟ ਨਹੀਂ ਹੋਵੇਗਾ। ਉਸ ਨੂੰ ਫਿੱਟ ਕਰਨ ਦੀ ਕੋਸ਼ਿਸ਼ ਕਰਨ ਦੇ ਹੋਰ ਤਰੀਕੇ ਵੀ ਕਰਨੇ ਪੈਂਦੇ ਹਨ। ਇਸ ਕਰਕੇ ਹਿੱਸੇ ਅਕਸਰ ਇਕੱਠੇ ਫਿੱਟ ਨਹੀਂ ਹੋਣਗੇ ਜੇਕਰ ਉਹਨਾਂ ਦੇ ਆਯਾਮ ਮੁੱਲਾਂ ਦੀ ਇੱਕ ਨਿਸ਼ਚਿਤ ਸੀਮਾ ਦੇ ਅੰਦਰ ਨਹੀਂ ਆਉਂਦੇ। ਉਦਾਹਰਨ ਲਈ, ਤੁਸੀਂ ਉਸ ਗਲਾਸ ਵਿੱਚੋਂ ਆਪਣੇ ਇੱਕ ਨੂੰ ਤੋੜ ਦਿੱਤਾ ਹੈ ਜਿਸ ਨੂੰ ਤੁਸੀਂ ਬਦਲਣਾ ਚਾਹੋਗੇ। ਜੇ ਇੱਕ ਬਦਲਵੇਂ ਹਿੱਸੇ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਇਹ ਡੇਵੀਏਸ਼ਨ ਦੀਆਂ ਕੁਝ ਸੀਮਾਵਾਂ ਦੇ ਅੰਦਰ ਮੂਲ ਹਿੱਸੇ ਦੀ ਡੁਪਲੀਕੇਟ ਹੋਣੀ ਚਾਹੀਦੀ ਹੈ। ਇਸ ਲਈ, ਜਦੋਂ ਉਦਯੋਗ ਇਸ ਕਿਸਮ ਦੇ ਉਤਪਾਦਾਂ ਨੂੰ ਮਲਟੀਪਲੀਕੇਸ਼ਨ ਵਿੱਚ ਬਣਾਉਂਦੇ ਹਨ, ਤਾਂ ਵਿਅਕਤੀ ਨੂੰ ਇਸ ਸਹਿਣਸ਼ੀਲਤਾ ਨਾਲ ਬਹੁਤ ਸਾਵਧਾਨ ਰਹਿਣਾ ਪੈਂਦਾ ਹੈ। ਦੁਹਰਾਉਣ ਦੀ ਬਹੁਤ ਜ਼ਿਆਦਾ ਲੋੜ ਹੈ ਕਿਉਂਕਿ ਤੁਸੀਂ ਇਸ ਨੂੰ ਤੋੜ ਦਿੱਤਾ ਹੈ ਅਤੇ ਤੁਸੀਂ ਇਸ ਨੂੰ ਬਦਲਣਾ ਚਾਹੁੰਦੇ ਹੋ। ਇਸ ਨੂੰ ਬਦਲਣ ਲਈ ਤੁਹਾਨੂੰ ਸਟੀਕ ਆਯਾਮਾਂ ਦੇ ਉਸੇ ਤਰ੍ਹਾਂ ਦੇ ਕੰਪੋਨੈਂਟ ਦੀ ਲੋੜ ਹੈ। ਜੇਕਰ ਇਹ ਸੰਭਵ ਨਹੀਂ ਹੈ ਤਾਂ ਕਿਸੇ ਚੀਜ਼ ਨੂੰ ਇਸ ਸਹਿਣਸ਼ੀਲਤਾ ਨਾਲ ਚੱਲਣਾ ਪੈਂਦਾ ਹੈ। ਇਹ ਇੱਕ ਆਮ ਅਭਿਆਸ ਲਾਗਤ ਹੈ ਜੋ ਆਮ ਤੌਰ ਤੇ ਛੋਟੀਆਂ ਸਹਿਣਸ਼ੀਲਤਾ ਨਾਲ ਵੱਧਦੀ ਜਾਂਦੀ ਹੈ। ਛੋਟੀਆਂ ਸਹਿਣਸ਼ੀਲਤਾਵਾਂ ਇਸ ਨੂੰ ਛੋਟੀਆਂ ਸਹਿਣਸ਼ੀਲਤਾਵਾਂ ਵਾਲੇ ਹਿੱਸੇ ਬਣਾਉਣ ਲਈ ਲਾਗਤ ਵਿੱਚ ਘਾਤਕ ਵਾਧੇ ਦਾ ਕਾਰਨ ਬਣਦੀਆਂ ਹਨ। ਨਾ ਸਿਰਫ ਲਾਗਤ ਦੇ ਬਾਰੇ ਵਿੱਚ, ਨਿਰਮਾਣ ਦੇ ਵਿਸ਼ੇਸ਼ ਤਰੀਕਿਆਂ ਦੀ ਲੋੜ ਹੁੰਦੀ ਹੈ। ਜੇ ਅਸੀਂ ਬਹੁਤ ਘੱਟ ਸਹਿਣਸ਼ੀਲਤਾ ਮੁੱਲਾਂ ਨੂੰ ਤਿਆਰ ਕਰਨ ਲਈ ਜਾ ਰਹੇ ਹਾਂ, ਤਾਂ ਸਾਨੂੰ ਛੋਟੇ ਸਹਿਣਸ਼ੀਲਤਾ ਵਾਲੇ ਵਿਸ਼ੇਸ਼ ਉਪਕਰਣਾਂ ਦੇ ਪੁਰਜ਼ਿਆਂ ਦੀ ਲੋੜ ਹੁੰਦੀ ਹੈ। ਅਕਸਰ ਵੱਡੇ ਨਿਰੀਖਣ ਦੀ ਲੋੜ ਹੁੰਦੀ ਹੈ।
ਅਤੇ ਪੁਰਜ਼ਿਆਂ ਨੂੰ ਰੱਦ ਕਰਨ ਦੀ ਮੰਗ ਕਰਦੇ ਹਾਂ। ਦਿਨ ਦੇ ਅੰਤ ਵਿੱਚ ਇਸ ਤਰ੍ਹਾਂ ਦੀਆਂ ਛੋਟੀਆਂ ਸਹਿਣਸ਼ੀਲਤਾ ਦੀ ਦੇਖਭਾਲ ਲਈ ਅਸੀਂ ਕਿੰਨੀ ਦੇਖਭਾਲ ਕਰਨ ਜਾ ਰਹੇ ਹੋਵਾਂਗੇ, ਇਸ ਨੂੰ ਨਿਰੀਖਣ ਵਿੱਚੋਂ ਲੰਘਣਾ ਪੈਂਦਾ ਹੈ। ਲੋੜੀਂਦੀ ਸਹਿਣਸ਼ੀਲਤਾ ਤੋਂ ਇੱਕ ਛੋਟੀ ਜਿਹੀ ਡੇਵੀਏਸ਼ਨ, ਇਸ ਗੱਲ ਦੀ ਬਹੁਤ ਜ਼ਿਆਦਾ ਸੰਭਾਵਨਾ ਹੈ ਕਿ ਹਿੱਸਾ ਰੱਦ ਹੋ ਜਾਵੇਗਾ। ਇਸ ਲਈ ਛੋਟੀ ਸਹਿਣਸ਼ੀਲਤਾ ਵਿੱਚ ਹਮੇਸ਼ਾ ਇੱਕ ਵੱਡੀ ਨਿਰੀਖਣ ਵਸਤੂ ਹੁੰਦੀ ਹੈ, ਅਤੇ ਬਹੁਤ ਜ਼ਿਆਦਾ ਸੰਭਾਵਨਾ ਹੁੰਦੀ ਹੈ ਕਿ ਬਹੁਤ ਸਾਰੇ ਹਿੱਸੇ ਰੱਦ ਕੀਤੇ ਜਾਣਗੇ। ਹਾਲਾਂਕਿ ਛੋਟੀਆਂ ਸਹਿਣਸ਼ੀਲਤਾਵਾਨ ਰੱਖਣਾ ਇੱਕ ਚੰਗਾ ਅਭਿਆਸ ਹੈ, ਪਰ ਇਹ ਆਪਣੇ ਆਪ ਵਿੱਚ ਇਸ ਸਹਿਣਸ਼ੀਲਤਾ ਨੂੰ ਚੁਣੌਤੀ ਦੇ ਰਿਹਾ ਹੈ। ਅਸੀਂ ਇਸ ਨੂੰ ਵੱਖ-ਵੱਖ ਤਰੀਕਿਆਂ ਨਾਲ ਦਰਸਾਉਂਦੇ ਹਾਂ। ਉਦਾਹਰਨ ਲਈ, ਇਹ ਆਕਾਰ ਤੇ ਆਧਾਰਿਤ ਹੋ ਸਕਦਾ ਹੈ। ਇਹ ਜਿਓਮੈਟਰੀ ਤੇ ਵੀ ਆਧਾਰਿਤ ਹੋ ਸਕਦਾ ਹੈ। ਆਓ ਅਸੀਂ ਆਕਾਰ ਲਈ ਇਸ ਨੂੰ ਵੇਖੀਏ। ਇਹ ਆਯਾਮ ਵਿੱਚ ਪ੍ਰਵਾਨਿਤ ਵੇਰੀਏਸ਼ਨ ਨੂੰ ਨਿਰਧਾਰਿਤ ਕਰਨ ਨੂੰ ਸੀਮਤ ਕਰਦਾ ਹੈ, ਜਿਸ ਦਾ ਮਤਲਬ ਹੈ ਕਿ ਇਹ ਲੰਬਾਈ, ਚੌੜਾਈ, ਉਚਾਈ ਜਾਂ ਵਿਆਸ ਆਦਿ ਹੋ ਸਕਦਾ ਹੈ। ਡਰਾਇੰਗ ਵਿੱਚ ਦਿੱਤੇ ਗਏ ਹਨ। ਇਸ ਕਿਸਮ ਦੀਆਂ ਚੀਜ਼ਾਂ ਬਾਰੇ ਜੇ ਅਸੀਂ ਗੱਲ ਕਰ ਰਹੇ ਹਾਂ ਤਾਂ ਉਹ ਜਿਓਮੈਟਰੀ ਦੇ ਸੰਬੰਧ ਵਿੱਚ ਆਕਾਰ ਸਹਿਣਸ਼ੀਲਤਾ ਬਾਰੇ ਹਨ। ਅਸੀਂ ਜਿਓਮੈਟ੍ਰਿਕ ਟੋਲੇਰੈਂਸਿੰਗ ਲਈ ਇਹਨਾਂ ਸਹਿਣਸ਼ੀਲਤਾ ਬਾਰੇ ਗੱਲ ਕਰਦੇ ਹਾਂ ਜੋ ਇਸ ਦੇ ਆਕਾਰ ਤੋਂ ਵੱਖਰੇ ਹਿੱਸੇ ਦੀ ਜਿਓਮੈਟਰੀ ਲਈ ਸਹਿਣਸ਼ੀਲਤਾ ਦੀ ਵਿਸ਼ੇਸ਼ਤਾ ਦੀ ਆਗਿਆ ਦਿੰਦਾ ਹੈ। ਮੈਂ ਆਇਤ ਡਰਾ ਕਰਨਾ ਚਾਹੁੰਦਾ ਹਾਂ, ਪਰ ਸ਼ਾਇਦ ਇੱਕ ਛੋਟੀ ਜਿਹੀ ਵੇਰੀਏਸ਼ਨ ਹੈ ਜੋ ਟ੍ਰੈਪੀਜ਼ੀਅਮ ਕਿਸਮ ਹੋ ਸਕਦੀ ਹੈ। ਇਹ ਵੇਰੀਏਸ਼ਨਸ ਬਹੁਤ ਛੋਟੀਆਂ ਹਨ। ਇਸ ਕਿਸਮ ਦੀ ਚੀਜ਼ ਨੂੰ ਵਰਗ ਹੋਣ ਦੀ ਬਜਾਏ ਸ਼ਾਇਦ ਇਸ ਟ੍ਰੈਪੇਜ਼ੋਇਡਲ ਕਾਈਡ ਦੀ ਚੀਜ਼ ਨੂੰ ਵੀ ਬਰਦਾਸ਼ਤ ਕੀਤਾ ਜਾਂਦਾ ਹੈ, ਅਤੇ ਇਸ ਨੂੰ ਅਸੀਂ ਰੇਖਾਵਾਂ, ਲੰਬਾਈਆਂ, ਵਿਆਸ ਦੇ ਰੂਪ ਵਿੱਚ ਜਿਓਮੈਟ੍ਰਿਕ ਸਹਿਣਸ਼ੀਲਤਾ ਕਹਿੰਦੇ ਹਾਂ। ਇਸ ਕਿਸਮ ਦੀ ਚੀਜ਼ ਜਿਸ ਨੂੰ ਅਸੀਂ ਸਾਈਜ਼ ਸਹਿਣਸ਼ੀਲਤਾ ਕਹਿੰਦੇ ਹਾਂ। ਜਿਵੇਂ ਕਿ ਮੈਂ ਕਿਹਾ ਸੀ ਕਿ ਅਸੀਂ ਸਿਲੰਡਰ ਵਰਗੀ ਕੋਈ ਚੀਜ਼ ਤਿਆਰ ਕਰਨਾ ਚਾਹਾਂਗੇ, ਪਰ ਇਹ ਥੋੜਾ ਜਿਹਾ ਅੰਡਾਕਾਰ ਲੱਗ ਸਕਦਾ ਹੈ। ਕਿ ਇਸ ਕਿਸਮ ਦੀਆਂ ਚੀਜ਼ਾਂ ਜਿਓਮੈਟ੍ਰਿਕ ਸਹਿਣਸ਼ੀਲਤਾ ਵੀ ਹੁੰਦੀਆਂ ਹਨ, ਜੋ ਕਿਸੇ ਨੂੰ ਜਿਓਮੈਟ੍ਰਿਕ ਆਯਾਮਾਂ ਨੂੰ ਬਣਾਈ ਰੱਖਣ ਲਈ ਹੁੰਦੀਆਂ ਹਨ, ਅਤੇ ਟੋਲਰੈਂਸਿੰਗ ਕਿਸੇ ਹਿੱਸੇ ਦੀਆਂ ਵੱਖ-ਵੱਖ ਜਿਓਮੈਟ੍ਰਿਕ ਵਿਸ਼ੇਸ਼ਤਾਵਾਂ ਨੂੰ ਕੰਟਰੋਲ ਕਰਨ ਲਈ ਵਿਸ਼ੇਸ਼ ਚਿੰਨ੍ਹਾਂ ਦੀ ਵਰਤੋਂ ਕਰਦੀ ਹੈ। ਹਾਲਾਂਕਿ ਅਸੀਂ ਸਪਸ਼ਟ ਤੌਰ ਤੇ ਜ਼ਿਕਰ ਕਰ ਰਹੇ ਹਾਂ ਕਿ ਇਹ ਆਕਾਰ ਜਿਵੇਂ ਕਿ ਚੌੜਾਈ, ਉਚਾਈ, ਵਿਆਸ ਦੇ ਰੂਪ ਵਿੱਚ ਹੈ, ਅਤੇ ਇਸ ਤਰ੍ਹਾਂ ਸ਼ਾਇਦ ਸਰਕਲ ਤੋਂ ਥੋੜਾ ਇਲਿਪਸ ਜਾਂ ਓਵਲ ਕਿਸਮ ਦੀਆਂ ਚੀਜ਼ਾਂ ਲਈ ਅਸੀਂ ਵਿਸ਼ੇਸ਼ ਕਿਸਮ ਦੇ ਚਿੰਨ੍ਹਾਂ ਦੀ ਵਰਤੋਂ ਕਰਦੇ ਹਾਂ। ਇਸ ਦਾ ਮਤਲਬ ਇਹ ਹੈ ਕਿ ਇਸ ਨੂੰ ਉਸ ਪੱਧਰ ਤੱਕ ਆਗਿਆ ਦਿੱਤੀ ਗਈ ਹੈ ਕਿ ਇੱਕ ਸਿੰਗਲ ਡਾਇਮੈਂਸ਼ਨ ਲਈ ਸਹਿਣਸ਼ੀਲਤਾ ਨੂੰ ਆਯਾਮ ਦੇ ਨਾਲ ਨਿਰਧਾਰਿਤ ਕੀਤਾ ਜਾ ਸਕਦਾ ਹੈ। ਅਤੇ ਸਹਿਣਸ਼ੀਲਤਾ, ਅਸੀਂ ਜਲਦੀ ਹੀ ਇਸ ਨੂੰ ਵੇਖਾਂਗੇ ਕਿ ਉਸ ਨੂੰ ਕਿਵੇਂ ਦਰਸਾਉਣਾ ਹੈ। ਇੱਕ ਚੀਜ਼ ਜੋ ਸਾਨੂੰ ਧਿਆਨ ਵਿੱਚ ਰੱਖਣੀ ਚਾਹੀਦੀ ਹੈ, ਸਹਿਣਸ਼ੀਲਤਾ ਉੱਪਰਲੀ ਅਤੇ ਹੇਠਲੇ ਸੀਮਾਵਾਂ ਵਿੱਚ ਇੱਕ ਟੋਟਲ ਵੇਰੀਏਸ਼ਨ ਹੈ। ਜੇਕਰ ਮੈਂ ਕੁਝ ਅਜਿਹਾ ਕਹਿ ਰਿਹਾ ਹਾਂ ਜਿਵੇਂ ਕਿ ਉੱਪਰਲੀ ਸਾਈਡ 25 mm ਹੈ, ਮੈਂ ਅਸਲ ਵਿੱਚ ਕਿਸ ਪੱਧਰ ਤੱਕ ਜਾ ਸਕਦਾ ਹਾਂ? ਹੇਠਲੇ ਪਾਸੇ ਜਿਸ ਪੱਧਰ ਤੱਕ ਮੈਂ ਸੱਚਮੁੱਚ ਉਸ ਆਯਾਮਾਂ ਦੇ ਨਾਲ ਜਾ ਸਕਦਾ ਹਾਂ। ਇਹ 24.9 ਹੈ ਜਾਂ ਇਹ 24.99 ਹੈ ਜਾਂ ਇਹ 25.01 ਵਰਗਾ ਕੁਝ ਹੈ? ਜਾਂ ਕੀ ਇਹ 25.1 ਅਜਿਹੀ ਕਿਸਮ ਦੀ ਉੱਪਰਲੀ ਹੇਠਲੀ ਸੀਮਾ ਹੈ, ਜੋ ਇਸ ਟੋਟਲ ਵੇਰੀਏਸ਼ਨ ਨਾਲ ਨਿਪਟਣ ਲਈ ਕੁਝ ਹੈ? ਆਓ ਇੱਕ ਉਦਾਹਰਨ ਵੇਖੀਏ। ਇੱਥੇ ਸਾਡੇ ਕੋਲ ਇੱਕ ਡਰਾਇੰਗ ਸ਼ੀਟ ਹੈ ਜਿਸ ਉੱਤੇ ਬਹੁਤ ਸਾਰੇ ਭਾਗਾਂ ਦਾ ਜ਼ਿਕਰ ਕੀਤਾ ਗਿਆ ਹੈ। ਉਦਾਹਰਨ ਲਈ ਇੱਕ ਟਰਨਿੰਗ ਆਪਰੇਸ਼ਨ ਲਈ ਚਾਕ ਪੇਚ ਅਤੇ ਹੋਰ ਚੀਜ਼ਾਂ ਨੂੰ ਇੱਥੇ ਦਰਸਾਇਆ ਗਿਆ ਹੈ। ਉਦਾਹਰਨ ਲਈ ਆਓ ਇਸ ਨੂੰ ਚੁਣੀਏ। ਅਸੀਂ ਵੇਖ ਸਕਦੇ ਹਾਂ ਕਿ ਫਾਈ ਜੋ ਕਿ ਵਿਆਸ 1.375 ਇਕਾਈਆਂ ਨੂੰ ਪਲੱਸ ਜਾਂ ਮਾਈਨਸ 0.005 ਇਕਾਈਆਂ ਦੇ ਨਾਲ ਦਰਸਾਉਂਦਾ ਹੈ। ਇਸੇ ਤਰ੍ਹਾਂ ਆਓ ਇਸ ਨੂੰ 1.120 ਪਲੱਸ ਜਾਂ ਮਾਈਨਸ 0.005 ਤੇ ਵੇਖੀਏ। ਇਸੇ ਤਰ੍ਹਾਂ ਆਓ ਅਸੀਂ ਇਸ ਵਿਆਸ ਫਾਈ 2.75 ਪਲੱਸ ਜਾਂ ਮਾਈਨਸ 0.02 ਨੂੰ ਵੇਖੀਏ। ਤਾਂ ਜਦੋਂ ਮਸ਼ੀਨਿੰਗ ਕੀਤੀ ਜਾਂਦੀ ਹੈ ਅਤੇ ਸ਼ਾਇਦ ਪ੍ਰੋਡਕਟ ਇਸ ਇੰਜੀਨੀਅਰਿੰਗ ਡਰਾਇੰਗ ਸ਼ੀਟ ਰਾਹੀਂ ਬਾਹਰ ਆਉਂਦਾ ਹੈ, ਜਦੋਂ ਇਹ ਗੁਣਵੱਤਾ ਦੀ ਜਾਂਚ ਲਈ ਜਾਂਦੀ ਹੈ, ਤਾਂ ਮੁੱਖ ਤੌਰ ਤੇ ਗੁਣਵੱਤਾ ਕੰਟਰੋਲ ਗੈਸ ਜਾਂਚ ਕਰਦੀ ਹੈ ਕਿ ਕੀ ਇਹ ਸਹਿਣਸ਼ੀਲਤਾ ਉਸ ਵਸਤੂ ਲਈ ਪੂਰੀਆਂ ਹੁੰਦੀਆਂ ਹਨ ਜਾਂ ਨਹੀਂ। ਜੇਕਰ ਕੋਈ ਵਿਅਕਤੀ ਉਸ ਬਾਹਰੀ ਚੱਕਰ ਦੇ ਵਿਆਸ ਨੂੰ ਮਾਪਦਾ ਹੈ, ਜੇਕਰ ਇਹ 2.75 ਬਿਲਕੁਲ ਠੀਕ ਹੈ,
ਜੇਕਰ ਇਹ 2.77 ਵਰਗਾ ਹੈ, ਤਾਂ ਇਹ ਵੀ ਬਿਲਕੁਲ ਠੀਕ ਹੈ। ਜੇਕਰ ਇਹ 2.73 ਇਕਾਈਆਂ ਵਰਗਾ ਹੈ ਜੋ ਬਿਲਕੁਲ ਠੀਕ ਹੈ, ਕਿਉਂਕਿ ਇਹ ਪਲਸ ਜਾਂ ਮਾਈਨਸ 0.02 ਦਰਸਾਉਂਦਾ ਹੈ। ਜੇਕਰ ਕੁਝ ਵੀ 2.78 ਜਾਂ ਸ਼ਾਇਦ 8 ਜੇ ਉਹ ਇਸ ਨੂੰ ਅੱਗੇ ਭੇਜਦੇ ਹਨ, ਤਾਂ ਉਹ ਉਸ ਹਿੱਸੇ ਨੂੰ ਰੱਦ ਕਰ ਦੇਣਗੇ। ਇਸ ਮੰਤਵ ਲਈ ਇਹ ਟਾਲਰਨਸ ਹਮੇਸ਼ਾ ਮਦਦਗਾਰ ਹੁੰਦੀ ਹੈ। ਇਸੇ ਤਰ੍ਹਾਂ ਆਓ ਅਸੀਂ ਇਸ ਨੂੰ ਵੇਖੀਏ। ਇਹ ਜ਼ਰੂਰੀ ਨਹੀਂ ਹੈ ਕਿ ਤੁਹਾਡੇ ਕੋਲ ਹਮੇਸ਼ਾ ਸਕਾਰਾਤਮਕ ਪਾਸਾ ਅਤੇ ਨਕਾਰਾਤਮਕ ਪਾਸਾ ਪਲਸ ਜਾਂ ਮਾਈਨਸ 0.02 ਹੋਵੇ। ਕਈ ਵਾਰ ਸਕਾਰਾਤਮਕ ਪਾਸਾ ਇਸ ਨੂੰ ਤਰਜੀਹ ਦਿੱਤੀ ਜਾਂਦੀ ਹੈ ਪਰ ਨਕਾਰਾਤਮਕ ਪਾਸਾ ਨਹੀਂ ਜਦੋਂ ਤੁਸੀਂ ਚੀਜ਼ਾਂ ਨੂੰ ਫਿੱਟ ਕਰਨਾ ਚਾਹੁੰਦੇ ਹੋ ਅਤੇ ਆਦਿ। ਜੇ ਇਹ ਉਸ ਤੋਂ ਘੱਟ ਹੈ ਤਾਂ ਹੋ ਸਕਦਾ ਹੈ ਇਹ ਵਸਤੂ ਨੂੰ ਨਾ ਪਕੜੇ। ਇਹ ਉਦਾਹਰਨ ਲਈ ਉੱਪਰ ਦਿੱਤੀ ਕਿਸੇ ਵੀ ਚੀਜ਼ ਦੀ ਬਹੁਤ ਟਾਈਟ ਕਾਈਡ ਹੋਵੇਗੀ। ਜੇਕਰ ਇਹ ਉਹ ਵਸਤੂ ਹੈ ਜਿਸ ਵਿੱਚ ਮੈਂ ਹੁਣ ਇੱਕ ਸਿਲੰਡਰ ਲਗਾਉਣਾ ਚਾਹਾਂਗਾ, ਜਦੋਂ ਮੈਂ ਇਹਨਾਂ ਆਯਾਮ ਨੂੰ ਮਾਪਣ ਜਾ ਰਿਹਾ ਹਾਂ, ਜਾਂ ਸ਼ਾਇਦ ਇਹ ਇੱਕ ਹੋਰ ਢੁਕਵੇਂ ਤਰੀਕੇ ਨਾਲ, ਜੇਕਰ ਮੈਂ 25 mm ਚਾਹੁੰਦਾ ਹਾਂ ਤਾਂ 25.01 ਤੋਂ ਉੱਪਰ ਦੀ ਕੋਈ ਵੀ ਚੀਜ਼ ਨੂੰ ਤਰਜੀਹ ਦਿੱਤੀ ਜਾਂਦੀ ਹੈ, ਪਰ ਜੇਕਰ ਮੈਂ 25.1 ਤੋਂ ਹੇਠਾਂ ਜਾਂਦਾ ਹਾਂ ਤਾਂ ਇਹ ਇੱਥੇ ਕਿਤੇ ਵੀ ਹੋਵੇਗਾ। ਇਸ ਸਿਲੰਡਰ ਨੂੰ ਉਸ ਵਸਤੂ ਵਿੱਚ ਦਾਖਲ ਨਹੀਂ ਕੀਤਾ ਜਾ ਸਕਦਾ ਹੈ, ਇਸ ਲਈ ਕਈ ਵਾਰ ਇਸ ਹੇਠਲੀ ਆਯਾਮ ਨੂੰ ਸਖਤੀ ਨਾਲ ਲਗਾਇਆ ਜਾਣਾ ਚਾਹੀਦਾ ਹੈ, ਜਿਵੇਂ ਕਿ 0 ਉੱਪਰਲੀ ਕੋਈ ਵੀ ਚੀਜ਼ ਬਿਲਕੁਲ ਠੀਕ ਹੈ, ਜੇਕਰ ਇਹ ਉਸ ਕਿਸਮ ਦੀ ਵਸਤੂ ਹੈ। ਇਸੇ ਤਰ੍ਹਾਂ ਜੇ ਅਸੀਂ ਸਿਲੰਡਰ ਬਾਰੇ ਗੱਲ ਕਰ ਰਹੇ ਹਾਂ ਜਿਸ ਨੂੰ ਫਿਕਸ ਕਰਨਾ ਪੈਂਦਾ ਹੈ, ਜੇ ਕੋਈ ਵਸਤੂ ਹੈ, ਜੇ ਮੈਂ ਇੱਥੇ 25 mm ਦੇ ਨਾਲ ਜਾ ਰਿਹਾ ਹਾਂ ਤਾਂ ਇਹ ਬਿਲਕੁਲ ਠੀਕ ਹੈ, ਪਰ ਇਸ ਤੋਂ ਉੱਪਰ ਦੀ ਕਿਸੇ ਵੀ ਚੀਜ਼ ਨੂੰ ਸ਼ਾਇਦ 25.02 ਇਹ ਉਸ ਬਕਸੇ ਤੋਂ ਬਾਹਰ ਹੋ ਜਾਵੇਗਾ। ਅਸੀਂ ਇਸ ਨੂੰ ਸੱਚਮੁੱਚ ਫਿੱਟ ਨਹੀਂ ਕਰ ਸਕਦੇ। ਇਸ ਸਥਿਤੀ ਵਿੱਚ ਜੋ ਅਸੀਂ ਕਰਾਂਗੇ ਉਹ ਇਹ ਹੈ ਕਿ ਹੇਠਲਾ ਪਾਸਾ ਤਰਜੀਹੀ ਹੈ, ਉੱਪਰਲਾ ਪਾਸਾ ਤਰਜੀਹੀ ਨਹੀਂ ਹੈ। ਇਸ ਕਰਕੇ ਇਸ ਦੇ ਆਧਾਰ ਤੇ ਕਿ ਤੁਹਾਡੀਆਂ ਪਲਸ ਅਤੇ ਮਾਈਨਸ ਵੇਰੀਏਸ਼ਨ ਹਮੇਸ਼ਾ ਵਾਪਰਦੀਆਂ ਹਨ। ਅਤੇ ਇਹਨਾਂ ਸਹਿਣਸ਼ੀਲਤਾ ਨੂੰ ਮੋਟੇ ਤੌਰ ਤੇ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ। ਇੱਕ ਲਿਮਿਟ ਸਹਿਣਸ਼ੀਲਤਾ ਹੈ, ਜਿੱਥੇ ਅਸੀਂ ਡਾਇਮੈਂਸ਼ਨ 2.52, 0.45 ਦੋਵੇਂ ਚੀਜ਼ਾਂ ਦਿਖਾਉਂਦੇ ਹਾਂ। ਇਸੇ ਤਰ੍ਹਾਂ ਟਾਲਰਨੈਸ ਨੂੰ ਸੀਮਿਤ ਕਰੋ ਜਿਸ ਲਈ ਸੀਮਾਵਾਂ ਦਾ ਜ਼ਿਕਰ ਕੀਤਾ ਗਿਆ ਹੈ। ਇਹ 1.4 ਤੋਂ 1.5 ਤੱਕ ਵੱਖ-ਵੱਖ ਹੋ ਸਕਦਾ ਹੈ। ਇਹ ਵਿਆਸ 1.5 ਤੋਂ 1.75 ਤੱਕ ਵੱਖ-ਵੱਖ ਹੋ ਸਕਦਾ ਹੈ ਅਤੇ ਇਸੇ ਤਰ੍ਹਾਂ ਚੀਜ਼ਾਂ। ਇਸੇ ਤਰ੍ਹਾਂ ਕੋਣ 28.0 ਤੋਂ 28.4 ਇਸ ਤਰ੍ਹਾਂ ਦੀਆਂ ਸੀਮਾਵਾਂ। ਜੇਕਰ ਅਸੀਂ ਦਿਖਾ ਰਹੇ ਹਾਂ ਕਿ ਇਸ ਨੂੰ ਲਿਮਿਟ ਟਾਲਰਨੈਸ ਕਿਹਾ ਜਾਂਦਾ ਹੈ। ਜੇਕਰ ਇਹ ਪਲਸ ਮਾਈਨਸ ਕਿਸਮ ਦਾ ਟਾਲਰਨੈਸ ਹੈ, ਤਾਂ ਅਸੀਂ ਇਸ ਨੂੰ ਆਮ ਤੌਰ ਤੇ 2.5 ਪਲਸ ਜਾਂ ਮਾਈਨਸ 0.005 ਦੇ ਰੂਪ ਵਿੱਚ ਦਿਖਾਉਂਦੇ ਹਾਂ। ਇਸ ਤਰ੍ਹਾਂ ਦੀ ਚੀਜ਼ ਇੱਕ ਆਮ ਅਭਿਆਸ ਹੈ ਜਿਸ ਨੂੰ ਅਸੀਂ ਡਰਾਇੰਗ ਸ਼ੀਟਾਂ ਤੇ ਦੇਖਦੇ ਹਾਂ, ਜਿਵੇਂ ਕਿ 1.45 ਪਲਸ ਜਾਂ ਮਾਈਨਸ 0.00 ਜਿਵੇਂ ਕਿ ਪਲਸ 0.15 ਮਾਈਨਸ 0.10 ਇਸ ਤਰ੍ਹਾਂ ਦੀਆਂ ਚੀਜ਼ਾਂ ਜਿਸ ਨੂੰ ਅਸੀਂ ਪਲਸ ਮਾਈਨਸ ਟਾਲਰਨੈਸ ਕਹਿੰਦੇ ਹਾਂ। ਇੰਜੀਨੀਅਰਿੰਗ ਡਰਾਇੰਗ ਨਾਲ ਆਪਣੀ ਇੰਟਰੋਡਕਸ਼ਨ ਦਾ ਸੰਖੇਪ ਵਿੱਚ ਵਰਣਨ ਕਰਨ ਲਈ ਅਸੀਂ ਸਭ ਤੋਂ ਪਹਿਲਾਂ ਡਰਾਇੰਗ ਸ਼ੀਟਾਂ, ਡਰਾਇੰਗ ਯੰਤਰਾਂ, ਲੈਟਰਿੰਗ, ਲੇਆਉਟ ਨੂੰ ਪਹਿਲੇ 6 ਲੈਕਚਰਾਂ ਵਿੱਚ ਡਾਇਮੈਂਸ਼ਨਿੰਗ ਟਾਲਰਨੈਸ ਤੇ ਪੂਰੀ ਤਸਵੀਰ ਨੂੰ ਦੇਖਿਆ ਹੈ। ਅਗਲੀ ਕਲਾਸ ਵਿੱਚ ਅਸੀਂ ਇਸ ਬਾਰੇ ਸਿੱਖਾਂਗੇ ਕਿ ਲਾਈਨਾਂ ਦੇ ਕਰਵ, ਦੁਪਾਜਿਤ ਲਾਈਨਾਂ ਆਦਿ ਨੂੰ ਕਿਵੇਂ ਡਰਾ ਕਰਨਾ ਹੈ ਅਤੇ ਇਸ ਤਰ੍ਹਾਂ ਜਿਓਮੈਟ੍ਰੀਕਲ ਚੀਜ਼ਾਂ ਬਣਾਉਣ ਲਈ ਇਹਨਾਂ ਯੰਤਰਾਂ ਦੀ ਵਰਤੋਂ ਕਿਵੇਂ ਕਰਨੀ ਹੈ। ਕਿਵੇਂ ਕਾਮਨ ਕੋਨਿਕ ਸੈਕਸ਼ਨਾਂ ਜਿਵੇਂ ਕਿ ਪੈਰਾਬੋਲਾ, ਸਰਕਲ, ਹਾਈਪਰਬੋਲਾ ਅਤੇ ਹੋਰ ਕਰਵ ਜਿਵੇਂ ਕਿ ਸਾਈਕਲੋਇਡਜ਼ ਆਦਿ ਦੀ ਰਚਨਾ ਕਿਵੇਂ ਕਰਨੀ ਹੈ। ਲੈਕਚਰ 7 ਤੋਂ ਬਾਅਦ ਅਸੀਂ ਇਹਨਾਂ ਕੋਨਿਕ ਭਾਗਾਂ ਅਤੇ ਜਿਓਮੈਟ੍ਰੀਕਲ ਰਚਨਾਵਾਂ ਨੂੰ ਕਵਰ ਕਰਦੇ ਹਾਂ। ਧੰਨਵਾਦ।